ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੰਨੇ ਕੀ ਗਤ ਕਹੀ ਨਾ ਜਾਏ, ਭਾਵ ਅਰਥ ਮੰਨਣ ਕਰਨ ਵਾਲੇ ਦੀ ਗਤ ਅਰਥਾਤ ਹਾਲਤ ਵਰਣਨ ਨਹੀਂ ਕੀਤੀ ਜਾ ਸਕਦੀ। ਇੱਕ ਕੋਈ ਰਾਜਾ ਬੜਾ ਧਰਮਾਤਮਾ ਸੀ। ਉਸ ਦੇ ਘਰ ਵਿੱਚ ਇੱਕ ਲੜਕਾ ਬੜਾ ਸੁੰਦਰ ਜਵਾਨ ਹੋਇਆ। ਤਦ ਰਾਜੇ ਨੇ ਵਿਚਾਰਿਆ ਕਿ ਹੁਣ ਮੈਨੂੰ ਤਪੱਸਿਆ ਕਰਨੀ ਯੋਗ ਹੈ, ਸੋ ਕਿਧਰੇ ਵਨ ਵਿਖੇ ਚੱਲ ਕੇ ਤਪ ਸਾਧ ਕੇ ਮੁਕਤੀ ਨੂੰ ਪਾਵਾਂ। ਜਦ ਇਸ ਤਰ੍ਹਾਂ ਦੀ ਮਨ ਵਿਖੇ ਉਮੰਗ ਹੋ ਰਹੀ ਸੀ ਤਾਂ ਇੱਕ ਮਹਾਤਮਾ ਉਸ ਦੇ ਘਰ ਆਏ। ਰਾਜੇ ਨੂੰ ਸੰਤਾਂ ਨੇ ਪੁੱਛਿਆ ਕਿ ਮਹਾਰਾਜ ਜੀ, ਆਪਣਾ ਗੁਰੂ ਕਿਹੜਾ ਹੈ? ਰਾਜੇ ਨੇ ਕਿਹਾ, ਜੀ ਮੈਨੂੰ ਤਾਂ ਖਬਰ ਵੀ ਨਹੀਂ ਕਿ ਗੁਰੂ ਕੀ ਵਸਤੂ ਹੁੰਦਾ ਹੈ। ਤੁਸੀਂ ਆਗਿਆ ਕਰੋ ਤਾਂ ਮੈਂ ਧਾਰ ਲਵਾਂ। ਸੰਤਾਂ ਨੇ ਕਿਹਾ ਕਿ ਰਾਜਨ, ਬਿਨਾਂ ਗੁਰਾਂ ਦੀ ਮੁਕਤੀ ਨਹੀਂ ਮਿਲਣੀ, ਭਾਵੇਂ ਬ੍ਰਹਮਾ ਆਦਿਕ ਵੀ ਕਿਉਂ ਨਾ ਹੋਵਨ। ਇਹ ਉਪਦੇਸ਼ ਸੁਣ ਰਾਜਾ ਵਿਆਕੁਲ ਹੋ ਕੇ ਇੱਕ ਲਾਲ ਪੱਲੇ ਬੰਨ੍ਹ ਕੇ ਜੰਗਲ ਵੱਲ ਤੁਰ ਪਿਆ। ਦਿਲ ਵਿਖੇ ਇਹ ਸਮਝਿਆ ਕਿ ਸ਼੍ਰੀ ਅਕਾਲ ਪੁਰਖ ਜੀ ਦਾ ਨਾਮ ਸਿਮਰਾਂਗੇ ਤੇ ਤਪੱਸਿਆ ਸਾਧ ਕੇ ਮੁਕਤੀ ਨੂੰ ਪ੍ਰਾਪਤ ਕਰਾਂਗੇ। ਤੇ ਮਨ ਵਿੱਚ ਵਿਚਾਰਿਆ ਕਿ ਜਿਹੜਾ ਅੱਜ ਮੈਨੂੰ ਤੁਰਦੇ ਵਾਰੀ ਵੱਡੇ ਦਰਵਾਜ਼ੇ ਦੀ ਥਾਂ ਬਾਹਰ ਮਿਲੇਗਾ, ਉਸ ਨੂੰ ਹੀ ਗੁਰੂ ਕਰਕੇ ਮੰਨਾਂਗਾ। ਇਸ ਹਾਲਤ ਨੂੰ ਇੱਕ ਚੋਰ ਅੱਗੇ ਹੀ ਦੇਖ ਰਿਹਾ ਸੀ। ਉਹ ਵੀ ਤਾੜ ਗਿਆ ਕਿ ਰਾਜੇ ਦੇ ਮਗਰ ਤੁਰ ਪਿਆ। ਅੱਗੇ ਰਸਤੇ ਵਿੱਚ ਸਤ ਸੰਗਤ ਜੁੜੀ ਹੋਈ ਕਥਾ ਵਾਰਤਾ ਹੋ ਰਹੀ ਸੀ। ਉਹ ਸੁਣਦੇ ਗਏ ਤੇ ਉੱਥੇ ਹੀ ਗੁਰੂ ਜੀ ਦੀ ਮਹਿਮਾ ਦਾ ਵੀ ਕਥਨ ਹੋ ਰਿਹਾ ਸੀ ਕਿ ਗੁਰੂ ਬਿਨਾ ਗਤ ਨਹੀਂ ਮਿਲਣੀ। ਦੇਖੋ, ਸ਼੍ਰੀ ਕ੍ਰਿਸ਼ਨ ਜੀ ਨੇ ਵੀ ਸੰਦੀਪਨ ਨੂੰ ਗੁਰੂ ਧਾਰਿਆ ਹੈ। ਸ਼੍ਰੀ ਰਾਮ ਚੰਦਰ ਜੀ ਨੇ ਵਸ਼ਿਸ਼ਟ ਨੂੰ ਗੁਰੂ ਧਾਰਿਆ ਹੈ। ਇਸ ਤਰ੍ਹਾਂ ਦੀ ਦੋਹਰੀ ਵਾਰੀ ਗੁਰੂ ਦੀਆਂ ਉਪਮਾ ਨੂੰ ਸੁਣ ਕੇ ਰਾਜੇ ਹੁਰੀ ਅੱਗੇ ਤੁਰੇ, ਚੋਰ ਵੀ ਮਗਰ ਤੁਰਿਆ ਗਿਆ ਤੇ ਪੱਕੀ ਠਾਣ ਲਈ ਕਿ ਮੈਂ ਇਸ ਨੂੰ ਮਾਰ ਕੇ ਇਸ ਦੇ ਪਾਸ ਜੋ ਲਾਲ ਹੈ ਉਹ ਖੋਹ ਲਵਾਂਗਾ। ਤੇ ਉਧਰ ਰਾਜੇ ਨੇ ਪ੍ਰਣ ਕੀਤਾ ਹੋਇਆ ਸੀ ਕਿ ਜਿਹੜਾ ਮੈਨੂੰ ਅੰਮ੍ਰਿਤ ਵੇਲੇ ਵੱਡੇ ਦਰਵਾਜ਼ੇ ਤੋਂ ਬਾਹਰ ਮਿਲੇਗਾ, ਉਸ ਨੂੰ ਗੁਰੂ ਧਾਰਾਂਗਾ। ਸੋ ਜਦ ਰਾਜਾ ਆਪਣੀ ਰਾਜਧਾਨੀ ਵੱਡੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਅੱਗੋਂ ਚੋਰ ਹੁਰੀ ਰਾਜਾ ਨੂੰ ਮਿਲ ਪਏ ਤੇ ਕਿਹਾ ਕਿ ਹੇ ਰਾਜਾ, ਤੂੰ ਇਸ ਵੇਲੇ ਕਿੱਧਰ ਜਾ ਰਿਹਾ ਹੈ? ਜੋ ਤੇਰੇ ਪਾਸ ਹੈ ਸੋ ਮੈਨੂੰ ਦੇ ਦੇ। ਰਾਜੇ ਨੇ ਕਿਹਾ ਕਿ ਮੇਰੇ ਧੰਨ ਭਾਗ ਹਨ ਜੋ ਤੁਸਾਂ ਦਰਸ਼ਨ ਦਿੱਤੇ ਹੈ। ਇਸ ਤਰ੍ਹਾਂ ਆ ਕੇ ਰਾਜਾ ਚੋਰ ਦੇ ਚਰਨ ਫੜਨ ਵਾਸਤੇ ਦੌੜਿਆ। ਚੋਰ ਨੂੰ ਲੱਗਾ ਕਿ ਰਾਜਾ ਮੈਨੂੰ ਫੜਨ ਆ ਰਿਹਾ ਹੈ, ਪਰ ਚੰਗਾ ਵੀ ਮੈਂ ਇਕੱਲਾ ਹਾਂ ਤੇ ਰਾਜਾ ਵੀ ਇਕੱਲਾ ਹੈ। ਰਾਜੇ ਨਾਲ ਯੁੱਧ ਕਰਨਾ ਪਿਆ। ਚੋਰ ਅਜੇ ਇਸ ਤਰ੍ਹਾਂ ਨਾਲ ਵਿਚਾਰਾਂ ਹੀ ਕਰਦਾ ਸੀ ਕਿ ਰਾਜਾ ਉਸ ਦੀ ਚਰਨੀ ਆਣ ਡਿੱਗ ਪਿਆ। ਚੋਰ ਨੂੰ ਲੱਗਿਆ, ਜੋ ਰਾਜਾ ਮੇਰੇ ਪਾਸੋਂ ਡਰਦਾ ਹੈ, ਪਰ ਮੈਂ ਹੁਣ ਇਸ ਪਾਸੋਂ ਲਾਲ ਜ਼ਰੂਰ ਲੈ ਲਵਾਂਗਾ। ਇੰਨੇ ਨੂੰ ਰਾਜੇ ਨੇ ਕਿਹਾ ਕਿ ਹੇ ਮੇਰੇ ਸੁਆਮੀ ਜੀ, ਤੁਸੀਂ ਮੇਰੇ ਗੁਰੂ ਹੋ, ਮੈਂ ਤੁਹਾਡੇ ਉੱਪਰੋਂ ਬਲਿਹਾਰ ਜਾਂਦਾ ਹਾਂ। ਮੇਰੇ ਧੰਨ ਭਾਗ ਹਨ ਜੋ ਤੁਸਾਂ ਨੇ ਦਰਸ਼ਨ ਦਿੱਤੇ ਹਨ। ਚੋਰ ਨੇ ਕਿਹਾ, ਰਾਜਾ ਤੂੰ ਗੁਰਦੇਵ ਕਿਸ ਨੂੰ ਆਖਦਾ ਹੈ? ਤਾਂ ਰਾਜੇ ਨੇ ਕਿਹਾ, ਮੈਂ ਬਲਿਹਾਰ ਜਾਵਾਂ, ਮੈਂ ਆਪ ਜੀ ਨੂੰ ਹੀ ਗੁਰਦੇਵ ਕਹਿੰਦਾ ਹਾਂ। ਚੋਰ ਨੇ ਕਿਹਾ, ਹੇ ਰਾਜਾ, ਮੈਂ ਚੋਰ ਹਾਂ। ਰਾਜੇ ਨੇ ਕਿਹਾ, ਹੇ ਦੀਨ ਦਿਆਲ ਜੀ, ਤੁਸੀਂ ਮੈਨੂੰ ਕਿਉਂ ਭਰਮਾਉਂਦੇ ਹੋ? ਚੋਰ ਨੇ ਕਿਹਾ, ਹੇ ਰਾਜਾ, ਹੁਣ ਤੂੰ ਮੈਨੂੰ ਕੀ ਕਹਿੰਦਾ ਹੈ? ਰਾਜੇ ਨੇ ਕਿਹਾ, ਜੀ ਮੈਂ ਆਪ ਜੀ ਨੂੰ ਗੁਰੂ ਬਣਾਉਣਾ ਚਾਹੁੰਦਾ ਹਾਂ, ਕਿਉਂਕਿ ਜੋ ਗੁਰੂ ਬਿਨਾਂ ਗਤ ਨਹੀਂ ਹੁੰਦੀ। ਚੋਰ ਨੇ ਕਿਹਾ, ਹੇ ਰਾਜਾ ਜੀ, ਜਿਸ ਨੂੰ ਗੁਰੂ ਧਾਰਨਾ ਕਰਦੇ ਹੋ ਉਸ ਦਾ ਵਚਨ ਸਤ ਪ੍ਰਤੀਤ ਕਰਕੇ ਮੰਨੀਦਾ ਹੈ ਅਤੇ ਗੁਰਦੇਵ ਨੂੰ ਤਨ ਮਨ ਧਨ ਅਰਪਣ ਕਰ ਦੇਈਦਾ ਹੈ। ਸੋ ਜੋ ਪਦਾਰਥ ਘਰੋਂ ਲਿਆਂਦਾ ਹੈ ਮੇਰੇ ਅੱਗੇ ਰੱਖ ਦੇ, ਤਾਂ ਮੈਂ ਤੇਰਾ ਗੁਰੂ ਬਣਦਾ ਹਾਂ। ਰਾਜੇ ਨੇ ਕਿਹਾ, ਹੇ ਗੁਰਦੇਵ,
ਦੀਨ ਬੰਧੂ ਜੀ, ਮੈਂ ਆਪ ਆਪਣੇ ਘਰ ਤੋਂ ਸਿਰਫ ਇੱਕ ਲਾਲ ਲਿਆਂਦਾ ਹੈ, ਸੋ ਇਹ ਤੁਹਾਡਾ ਹੀ ਹੈ। ਇਸ ਤੋਂ ਛੁੱਟ ਦੂਸਰਾ ਮੇਰਾ ਸਰੀਰ ਹੈ। ਇਹ ਦੋਵੇਂ ਆਪ ਦੀ ਭੇਟਾ ਹਨ, ਜੋ ਵੀ ਚਾਹੁੰਦੇ ਹੋ ਸੋ ਲੈ ਲਵੋ। ਚੋਰ ਨੇ ਰਾਜਾ ਪਾਸੋਂ ਉਹ ਲਾਲ ਲੈ ਲਿਆ ਤੇ ਕਹਿਣ ਲੱਗਾ, ਹੇ ਰਾਜਾ, ਗੁਰੂ ਕਾ ਹੁਕਮ ਮੋੜਨਾ ਨਹੀਂ ਚਾਹੀਦਾ, ਇਸ ਲਈ ਜਿਤਨਾ ਚਿਰ ਮੈਂ ਮੁੜ ਕੇ ਨਾ ਆਵਾਂ ਇਸ ਥਾਂ ਤੋਂ ਨਾ ਉੱਠਣਾ। ਰਾਜਾ ਨੇ ਕਿਹਾ, ਗੁਰਦੇਵ ਜੀ, ਤੁਹਾਡਾ ਹੁਕਮ ਸਿਰ ਮੱਥੇ ਤੇ। ਜਿਤਨਾ ਚਿਰ ਤੁਸੀਂ ਮੈਨੂੰ ਦੀਦਾਰ ਨਾ ਦੇਵੋਗੇ ਉਤਨਾ ਚਿਰ ਮੈਂ ਇੱਕ ਕਦਮ ਵੀ ਨਹੀਂ ਉੱਠਾਂਗਾ ਤੇ ਨਾ ਹੀ ਇੱਥੋਂ ਉੱਠ ਕੇ ਜਾਵਾਂਗਾ। ਰਾਜੇ ਦੀ ਇਹ ਗੱਲ ਸੁਣ ਕੇ ਚੋਰ ਲਾਲ ਲੈ ਕੇ ਉੱਠ ਨੱਠ ਗਿਆ ਕਿ ਰਾਜਾ ਮੇਰੇ ਪਿੱਛੇ ਨਾ ਆ ਜਾਵੇ, ਅਤੇ ਚਿੱਤ ਵਿੱਚ ਵਿਚਾਰਦਾ ਨੱਸਦਾ ਭੱਜਦਾ ਇੱਕ ਘਰ ਵਿੱਚ ਜਾ ਬੈਠਾ ਅਤੇ ਰਾਜਾ ਉਸੇ ਥਾਂ ਉਦਿਆਨ ਵਿੱਚ ਬੈਠਾ ਰਿਹਾ। ਜਾਂ ਰਾਜੇ ਨੂੰ ਉੱਥੇ ਬੈਠੇ ਨੂੰ ਇੱਕ ਵਰਸ ਬਤੀਤਿਆ ਤਾਂ ਸ਼੍ਰੀ ਵਿਸ਼ਨੂੰ ਜੀ, ਭਗਤਾਂ ਦੇ ਹਿਰਦੇ ਦੀ ਜਾਣਨ ਵਾਲੇ, ਆਪ ਰਾਜੇ ਦੇ ਪਾਸ ਆਏ ਤੇ ਕਿਹਾ, ਹੇ ਰਾਜਾ, ਤੂੰ ਇੱਥੇ ਕਿਉਂ ਬੈਠਾ ਹੈ? ਇੱਥੇ ਤਾਂ ਤੇਰਾ ਕੁਝ ਨਹੀਂ। ਸੋਰਨਾ, ਤੂੰ ਕਿਸੇ ਤੀਰਥ ਪਰ ਚਲਾ ਜਾ ਤੇ ਨਿਰੰਕਾਰ ਦੀ ਆਰਾਧਨਾ ਕਰ, ਜਾਂ ਕਿਸੇ ਸੰਤ ਮਹਾਪੁਰਸ਼ਾਂ ਨੂੰ ਮਿਲ, ਜਾਂ ਕਿਸੇ ਨਗਰ ਵਿੱਚ ਜਾ ਕੇ ਬੈਠ। ਰਾਜੇ ਨੇ ਕਿਹਾ, ਹੇ ਦੀਨਨਾਥ ਜੀ, ਮੈਨੂੰ ਗੁਰਦੇਵ ਜੀ ਦਾ ਹੁਕਮ ਹੈ, ਜੋ ਮੇਰੇ ਆਉਂਦਿਆਂ ਤੀਕਰ ਇੱਥੇ ਬੈਠੀ, ਸੋ ਮੈਂ ਤਾਂ ਗੁਰਦੇਵ ਜੀ ਦੀ ਆਗਿਆ ਬਗੈਰ ਕਦੀ ਵੀ ਨਹੀਂ ਉੱਠਾਂਗਾ। ਫਿਰ ਸ਼੍ਰੀ ਵਿਸ਼ਨੂੰ ਜੀ ਨੇ ਕਿਹਾ, ਹੇ ਰਾਜਾ, ਉਹ ਤਾਂ ਚੋਰ ਸੀ ਤੇ ਤੂੰ ਉਸ ਦੀ ਆਗਿਆ ਮੰਨ ਕੇ ਨਰਕ ਨੂੰ ਜਾਵੇਗਾ। ਅਜੇ ਵੀ ਕਿਸੇ ਸਾਧੂ ਦੀ ਸ਼ਰਨ ਜਾ ਤੇ ਹੋਰ ਕਿਸੇ ਮਹਾਪੁਰਸ਼ਾਂ ਨੂੰ ਗੁਰੂ ਕਰ ਲੈ, ਤਾਂ ਤੇਰੀ ਗਤ ਹੋਵੇਗੀ। ਰਾਜੇ ਨੇ ਕਿਹਾ, ਹੇ ਠਾਕੁਰ ਜੀ, ਮੈਂ ਤਾਂ ਉਸ ਸਾਧ ਜਿਹਾ ਕੋਈ ਸਾਧ ਨਹੀਂ ਦੇਖਿਆ। ਜੇਕਰ ਉਹ ਸਾਧ ਹੈ ਤਾਂ ਵੀ, ਜੇਕਰ ਉਹ ਚੋਰ ਹੈ ਤਾਂ ਵੀ, ਉਹ ਮੇਰਾ ਗੁਰੂ ਸਤਿਗੁਰੂ ਗੁਰਦੇਵ ਹੈ। ਤਾਂ ਫਿਰ ਵਿਸ਼ਨੂੰ ਜੀ ਨੇ ਕਿਹਾ, ਅੱਛਾ ਰਾਜਾ, ਤੂੰ ਜਾਣ, ਬੈਠਾ ਰਹਿ। ਵਿਸ਼ਨੂੰ ਜੀ ਇਹ ਕਹਿ ਕੇ ਉੱਥੋਂ ਚਲੇ ਗਏ, ਪਰ ਜਾਂ ਰਾਜੇ ਨੂੰ ਉੱਥੇ ਬੈਠਿਆਂ 3 ਸਾਲ ਹੋ ਗਏ। ਤਾਂ ਸ਼੍ਰੀ ਵਿਸ਼ਨੂੰ ਜੀ ਬਹੁਤ ਕੰਬੇ ਔਰ ਮਨ ਵਿੱਚ ਕਿਹਾ ਕਿ ਰਾਜਾ ਤਾਂ ਐਸੀ ਦ੍ਰਿੜਤਾ ਬਣ ਕੇ ਬੈਠਾ ਹੈ ਅਤੇ ਰਾਜੇ ਦਾ ਨੇਮ ਮੇਰੇ ਪਾਸੋਂ ਹੁਣ ਤਾਂ ਨਹੀਂ ਸਹਾਰਿਆ ਜਾਂਦਾ। ਇਹ ਬਾਤ ਵਿਚਾਰ ਕੇ ਸ਼੍ਰੀ ਵਿਸ਼ਨੂੰ ਜੀ ਫਿਰ ਰਾਜੇ ਪਾਸ ਆਏ ਤੇ ਕਹਿਣ ਲੱਗੇ, ਹੇ ਰਾਜਨ, ਹੁਣ ਤੂੰ ਉੱਠ ਖੜਾ ਹੋ। ਤਾਂ ਰਾਜੇ ਨੇ ਕਿਹਾ, ਹੇ ਪ੍ਰਭੂ ਜੀ, ਗੁਰਦੇਵ ਦੀ ਆਗਿਆ ਤੋਂ ਬਿਨਾਂ ਕਿਵੇਂ ਉੱਠਾਂ? ਸ਼੍ਰੀ ਵਿਸ਼ਨੂੰ ਜੀ ਨੇ ਕਿਹਾ, ਹੇ ਰਾਜਾ, ਜਿਸ ਨੂੰ ਤੂੰ ਆਰਾਧਦਾ ਹੈ ਮੈਂ ਸੋਈ ਹਾਂ। ਮੇਰੀ ਆਗਿਆ ਹੈ, ਜੋ ਤੂੰ ਪਰਮ ਭਗਤੀ ਨੂੰ ਪ੍ਰਾਪਤ ਹੋਇਆ ਹੈ, ਹੁਣ ਤੂੰ ਬੈਕੁੰਠ ਨੂੰ ਚੱਲ, ਤੇਰਾ ਨਾਮ ਸਿਮਰਨ ਪੂਰਾ ਹੋ ਗਿਆ ਹੈ। ਰਾਜੇ ਨੇ ਕਿਹਾ, ਜੀ ਮੈਂ ਬਲਿਹਾਰ ਜਾਵਾਂ ਤੁਹਾਡੇ ਦਰਸ਼ਨਾਂ ਉੱਪਰ, ਜੋ ਆਪਨੇ ਮੇਰੇ ਉੱਪਰ ਬੜੀ ਕਿਰਪਾ ਕੀਤੀ ਹੈ, ਪਰ ਗੁਰਦੇਵ ਜੀ ਦੀ ਆਗਿਆ ਬਗੈਰ ਕਿਵੇਂ ਉੱਠਾਂ? ਸ਼੍ਰੀ ਵਿਸ਼ਨੂੰ ਜੀ ਨੇ ਕਿਹਾ, ਹੇ ਰਾਜਾ, ਉਹ ਤਾਂ ਚੋਰ ਸੀ, ਤੈਨੂੰ ਠੱਗਣ ਵਾਸਤੇ ਆਇਆ ਸੀ, ਤੇਰੇ ਪਾਸੋਂ ਲਾਲ ਠੱਗ ਕੇ ਲੈ ਗਿਆ, ਔਰ ਹੁਣ ਤੂੰ ਉਸ ਨੂੰ ਕਿਉਂ ਢੂੰਡਦਾ ਹੈ? ਹੁਣ ਤੂੰ ਬੈਕੁੰਠ ਨੂੰ ਚੱਲ। ਤਦ ਰਾਜੇ ਨੇ ਕਿਹਾ, ਮੈਂ ਤੁਹਾਡੇ ਦਰਸ਼ਨ ਤੋਂ ਬਲਿਹਾਰੇ ਜਾਂਦਾ ਹਾਂ, ਪਰ ਸ਼੍ਰੀ ਗੁਰਦੇਵ ਜੀ ਦੀ ਆਗਿਆ ਬਿਨਾਂ ਮੈਂ ਨਹੀਂ ਉੱਠਾਂਗਾ। ਵਿਸ਼ਨੂੰ ਜੀ ਨੇ ਕਿਹਾ, ਹੇ ਰਾਜਾ, ਤੂੰ ਚੋਰ ਦੇ ਨਾਲ ਨਰਕਾਂ ਨੂੰ ਜਾਣਾ ਚਾਹੁੰਦਾ ਹੈ? ਤਾਂ ਰਾਜੇ ਨੇ ਕਿਹਾ ਕਿ ਜੇ ਮੈਂ ਆਪਣੇ ਗੁਰੂ ਨਾਲ ਨਰਕਾਂ ਨੂੰ ਵੀ ਜਾਵਾਂ ਤਾਂ ਵੀ ਬੜੀ ਚੰਗੀ ਗੱਲ ਹੈ, ਮੇਰੇ ਲਈ ਉਹ ਨਰਕ ਸਵਰਗ ਸਮਾਨ ਹੈ। ਇਸ ਤਰ੍ਹਾਂ ਨਾਲ ਰਾਜੇ ਦਾ ਪੱਕਾ ਨਿਸ਼ਚੈ ਦੇਖ ਕੇ ਸ਼੍ਰੀ ਵਿਸ਼ਨੂੰ ਜੀ ਚੋਰ ਦੇ ਪਾਸ ਆਏ ਤੇ ਉਸ ਨੂੰ ਆਖਣ ਲੱਗੇ ਕਿ ਹੇ ਪਾਪੀ, ਤੂੰ ਰਾਜੇ ਨੂੰ ਜੰਗਲ ਵਿਖੇ ਬਿਠਾ ਕੇ ਭੁੱਖਾ ਪਿਆਸੇ ਨੂੰ ਹੀ ਛੱਡ ਮੁੜ ਖਬਰ ਨਹੀਂ ਲਿੱਤੀ। ਹੁਣ ਤੂੰ ਜਾ ਕੇ ਉਸ ਰਾਜੇ ਦੀ ਦਸ਼ਾ ਨੂੰ ਦੇਖ। ਚੋਰ ਨੇ ਕਿਹਾ, ਹੇ ਮਹਾਰਾਜ,
ਤੁਸੀਂ ਕਿਸ ਦੀ ਬਾਤ ਕਰਦੇ ਹੋ? ਮੈਂ ਤਾਂ ਕਿਸੇ ਨੂੰ ਵੀ ਨਹੀਂ ਬਿਠਾਇਆ। ਤਾਂ ਮਹਾਰਾਜ ਜੀ ਨੇ ਕਿਹਾ ਕਿ ਹੇ ਚੋਰ, ਜਿਸ ਰਾਜੇ ਪਾਸੋਂ ਤੂੰ ਲਾਲ ਲੈ ਕੇ ਆਇਆ ਹੈ, ਹੁਣ ਤੂੰ ਆਖਦਾ ਹੈ ਕਿ ਮੈਂ ਨਹੀਂ ਜਾਣਦਾ ਕਿਹੜਾ ਹੈ। ਪਰ ਉਹ ਵਿਚਾਰਾ ਤੇਰੀ ਆਗਿਆ ਦੀ ਉਡੀਕ ਕਰਦਾ ਹੋਇਆ ਜੰਗਲ ਵਿਖੇ ਬੈਠਾ ਹੋਇਆ ਉੱਠਦਾ ਨਹੀਂ। ਚੋਰ ਨੇ ਮਨ ਵਿਖੇ ਵਿਚਾਰਿਆ ਕਿ ਰਾਜਾ ਜੀ ਤਾਂ ਉੱਥੇ ਬੈਠੇ ਹਨ ਤੇ ਇਹ ਕੌਣ ਹੈ ਜਿਹੜਾ ਮੈਨੂੰ ਉੱਥੇ ਲਿਜਾਉਣਾ ਚਾਹੁੰਦਾ ਹੈ। ਫਿਰ ਮਹਾਰਾਜ ਨੂੰ ਆਖਣ ਲੱਗਾ ਕਿ ਮਹਾਰਾਜ ਜੀ, ਤੁਸੀਂ ਕੌਣ ਹੋ? ਮਹਾਰਾਜ ਜੀ ਨੇ ਕਿਹਾ, ਮੈਂ ਵਿਸ਼ਨੂੰ ਹਾਂ। ਚੋਰ ਨੇ ਇਸ ਬਾਤ ਦੇ ਸੁਣਦੇ ਸਾਰ ਮਹਾਰਾਜ ਜੀ ਦੇ ਚਰਨ ਪਕੜ ਲਏ ਤੇ ਬਾਰ-ਬਾਰ ਮੱਥਾ ਟੇਕਣ ਲੱਗਾ ਤੇ ਬੜਾ ਹੀ ਸ਼ਰਮਿੰਦਾ ਹੋ ਕੇ ਰਾਜੇ ਵੱਲ ਤੁਰਿਆ। ਵਿਸ਼ਨੂੰ ਜੀ ਨੇ ਰਾਜੇ ਨੂੰ ਜਾ ਕੇ ਕਿਹਾ ਕਿ ਚੋਰ ਆਇਆ ਹੈ, ਤੂੰ ਅੱਖਾਂ ਖੋਲ। ਰਾਜੇ ਨੇ ਕਿਹਾ ਕਿ ਮੇਰੇ ਧੰਨ ਭਾਗ ਹੋਏ ਜੋ ਗੁਰੂ ਨੇ ਆ ਕੇ ਦਰਸ਼ਨ ਦਿੱਤੇ ਹਨ। ਉੱਠ ਕੇ ਚਰਨੀ ਪੈ ਗਿਆ ਤੇ ਫਿਰ ਸ਼੍ਰੀ ਵਿਸ਼ਨੂੰ ਜੀ ਦੀ ਚਰਨੀ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।